ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਆਪਦੀ YouTube ਚੈਨਲ ਲਿਟਰੇਚਰ ਵਿਦ ਤਰਨ 'ਤੇ ਤੁਹਾਡਾ ਸਾਰਿਆਂ ਦਾ ਜੀ ਆਇਆਂ ਆਖਦਾ। ਆਪਾਂ ਇਸ ਤੋਂ ਪਹਿਲਾਂ 2 ਵੀਡੀਓਜ਼ ਬਣਾਈਆਂ ਸੀ, ਮਰਚੈਂਟ ਆਫ ਵੈਨਿਸ ਦੇ ਐਕਟ 1 ਸੀਨ 1 ਦਾ ਪਾਰਟ 1 ਅਤੇ ਪਾਰਟ 2। ਅੱਜ ਆਪਾਂ ਪਾਰਟ 3 ਸ਼ੁਰੂ ਕਰਨ ਜਾ ਰਹੇ ਹਾਂ। ਚਲੋ ਸ਼ੁਰੂ ਕਰਦੇ ਹਾਂ ਜੀ। ਗ੍ਰੇਸ਼ੀਆਨੋ, ਲੈਟ ਮੀ ਪਲੇ ਦ ਫੂਲ ਵਿਦ ਮਰਥ ਐਂਡ ਲਾਫਟਰ, ਲੈਟ ਓਲਡ ਰਿੰਕਲਸ ਕਮ। ਕਹਿੰਦਾ ਕਿ ਜਿਵੇਂ ਐਂਟੋਨੀਓ ਦਾ ਹੁਣ ਐਕਟ ਚੱਲ ਰਿਹਾ ਹੈ ਉਦਾਸ ਹੋ ਕੇ ਗੱਲ ਕਰਨ ਦਾ, ਅਤੇ ਮੈਂ ਉਵੇਂ ਹੀ ਗ੍ਰੇਸ਼ੀਆਨੋ ਕਹਿ ਰਿਹਾ, ਕਹਿੰਦਾ ਕਿ ਮੈਂ ਉੱਦਾਂ ਹੀ ਮੈਂ ਹਾਸੇ ਵਾਲਾ ਜਾਂ ਬੁੱਧੂ ਬਣਾਉਣ ਵਾਲਾ ਜਿਹੜਾ ਹੈਗਾ ਰੋਲ ਉਹ ਪਲੇ ਕਰਦਾ ਹੈ। ਉਹ ਉਸ ਤਰ੍ਹਾਂ ਹੀ ਕਰੂੰਗਾ ਜਿਵੇਂ ਕਿ ਆਪਾਂ ਜਦੋਂ ਹੱਸਦੇ ਹਾਂ ਅਤੇ ਆਪਣੇ ਮੂੰਹ 'ਤੇ ਝੁਰੀਆਂ ਜਿਵੇਂ ਰਿੰਕਲਸ ਟਾਈਪ ਪੈ ਜਾਂਦੇ ਆ ਉਵੇਂ। ਐਂਡ ਲੈਟ ਮਾਈ ਲੀਵਰ ਰਾਦਰ ਹੀਟ ਵਿਦ ਵਾਈਨ। ਕਹਿੰਦਾ ਵੀ ਮੈਂ ਚਾਹੁੰਦਾ ਕਿ ਜਿਹੜਾ ਮੈਂ ਵਾਈਨ ਪੀ ਕੇ ਆਪਦੇ ਜਿਹੜਾ ਲੀਵਰ ਹੈ ਉਹਨੂੰ ਹੀਟ ਅਪ ਕਰ ਲਾਂ। ਕਿ ਉਹ ਪਹਿਲਾਂ ਮੰਨਿਆ ਜਾਂਦਾ ਸੀ ਪਹਿਲਾਂ ਵਾਲੇ ਟਾਈਮ ਦੇ ਵਿੱਚ ਕਿ ਜਿਵੇਂ ਵਾਈਨ ਪੀ ਕੇ ਜਿਹੜਾ ਲੀਵਰ ਹੈ ਉਹ ਡਾਈਜੈਸਟ ਜ਼ਿਆਦਾ ਕਰਦਾ ਹੈ, ਮਤਲਬ ਉਹ ਡਾਈਜੈਸਟਿਵ ਵਿੱਚ ਹੈਲਪ ਕਰਦਾ ਅਤੇ ਪਲੱਸ ਖੂਨ ਜਿਹੜਾ ਹੈ ਉਹ ਜ਼ਿਆਦਾ ਬਣਦਾ ਹੈ। ਦੈਨ ਮਾਈ ਹਾਰਟ ਕੂਲ ਵਿਦ ਮੋਡੀਫਾਈਂਗ ਗਰੂਨਸ। ਕਹਿੰਦਾ ਕਿ ਇਹਦੀ ਬਜਾਏ ਕਿ ਮੇਰਾ ਜਿਹੜਾ ਦਿਲ ਹੈ ਉਹ ਉਦਾਸੀ ਦੇ ਵਿੱਚ ਠੰਡਾ ਪੈ ਜੇ ਜਾਂ ਮੇਰਾ ਜਿਹੜਾ ਖੂਨ ਹੈ ਉਹ ਸਾਰਾ ਸੁੱਕ ਜੇ, ਇਹਦੇ ਨਾਲੋਂ ਚੰਗਾ ਹੈ ਕਿ ਮੈਂ ਇਹ ਕਰਾਂ ਕਿ ਮੈਂ ਵਾਈਨ ਪੀ ਕੇ ਆਪਦਾ ਜਿਹੜਾ ਲੀਵਰ ਹੈ ਉਹਨੂੰ ਗਰਮ ਕਰ ਲਾਂ। ਵਾਈ ਸ਼ੁੱਡ ਅ ਮੈਨ ਹੂਜ਼ ਬਲੱਡ ਇਜ਼ ਵਾਰਮ ਵਿਦ ਇਨ ਸਿਟ ਲਾਈਕ ਹਿਜ਼ ਗ੍ਰੈਂਡਾਈਸ ਕੱਟ ਇਨ ਐਲਾਬੈਸਟਰ। ਕਹਿੰਦੇ ਕਿ ਉਹ ਆਦਮੀ ਜਿਹਦਾ ਪਹਿਲਾਂ ਹੀ ਖੂਨ ਜਿਹੜਾ ਗਰਮ ਹੈ ਉਹ ਐਂ ਸੁਸਤ ਕਿਉਂ ਬਹਿ ਜਾਂਦਾ ਹੈ, ਜਿਵੇਂ ਉਹਦੇ ਹੀ ਦਾਦੇ ਦਾ ਜਿਹੜਾ ਸਟੈਚੂ ਹੁੰਦਾ ਹੈ ਉਹਦੇ ਵਾਂਗੂ। ਵੀ ਸਟੈਚੂ ਕੋਈ ਹਿਲਜੁਲ ਨਹੀਂ ਕਰਦਾ, ਇਸ ਕਰਕੇ ਉਹਨੂੰ ਰਿਲੇਟ ਕਰ ਰਹੇ ਇੱਥੇ। ਕਹਿੰਦੇ ਕਿ ਜਿਹੜੇ ਆਦਮੀ ਦਾ ਖੂਨ ਗਰਮ ਹੈ ਉਹ ਆਦਮੀ ਬੈਠ ਨਹੀਂ ਸਕਦਾ। ਸਲੀਪ ਵੈਨ ਹੀ ਵੇਕਸ ਐਂਡ ਕ੍ਰੀਪ ਇਨ ਟੂ ਦਾ ਜੌਂਡਾਈਸ ਬਾਈ ਬੀਂਗ ਪੀਵਿਸ਼। ਕਹਿੰਦੇ ਕਿ ਜਦੋਂ ਜਾਗਦਾ ਦਿਨ ਦੇ ਟਾਈਮ ਜਾਗ ਰਹੇ ਹੁੰਦੇ ਆ ਹੈ ਨਾ, ਅਤੇ ਉਦੋਂ ਵੀ ਸੁਸਤੀ ਦੇ ਵਿੱਚ ਹੀ ਉਦਾਸੀ ਦੇ ਵਿੱਚ ਹੀ ਬੈਠਾ ਰਹੇ ਅਤੇ ਹੌਲੀ ਹੌਲੀ ਜੌਂਡਿਸ ਤੁਹਾਨੂੰ ਪਤਾ ਹੀ ਹੈ ਨਾ, ਬਿਮਾਰੀ ਦਾ ਨਾਮ ਹੈ। ਤਾਂ ਉਹ ਪਰਟੀਕੂਲਰਲੀ ਇਕੱਲਾ ਜੌਂਡਿਸ ਬਾਰੇ ਹੀ ਗੱਲ ਨਹੀਂ ਕਰ ਰਹੇ ਆਪਾਂ ਗੱਲ ਕਰ ਰਹੇ ਹਾਂ ਕਿ ਅਲੱਗ-ਅਲੱਗ, ਮਤਲਬ ਜੇ ਕੋਈ ਬੰਦਾ ਉਦਾਸੀ 'ਚ ਹੀ ਰਵੇ ਸਾਰਾ ਟਾਈਮ, ਕੋਈ ਕੰਮ ਨਾ ਕਰੇ, ਕੋਈ ਬਾਹਰ ਅੰਦਰ ਨਾ ਜਾਵੇ, ਤਾਂ ਫਿਰ ਉਹਦੇ ਨਾਲ ਕੀ ਹੁੰਦਾ ਕਿ ਬਿਮਾਰੀਆਂ ਘੇਰ ਲੈਂਦੀਆਂ। ਉਸੇ ਚੀਜ਼ ਨੂੰ ਇੱਥੇ ਦਰਸਾਇਆ ਗਿਆ। ਕਹਿੰਦੇ ਕਿ ਉਦਾਸੀ ਵਿੱਚ ਰਹਿ ਕੇ ਆਪਦੇ ਆਪ ਨੂੰ ਜਿਹੜੇ ਬਿਮਾਰੀਆਂ ਲਵਾਉਣਾ ਬਹੁਤ ਵਧੀਆ ਗੱਲ ਨਹੀਂ ਗੀ। ਆਈ ਟੈਲ ਦੀ ਵਟ ਐਂਟੋਨੀਓ। ਕਹਿੰਦਾ ਕਿ ਮੈਂ ਤੈਨੂੰ, ਦੀ ਮਤਲਬ ਦੀ, ਦਾਏ, ਦਾਓ, ਇਹ ਯੂਜ਼ ਹੁੰਦੇ ਹੈ ਯੂ ਵਾਸਤੇ। ਸਭ ਤੋਂ ਪਹਿਲਾਂ ਤਾਂ ਲੌਰਡਸ ਵਾਸਤੇ ਯੂਜ਼ ਹੁੰਦੇ ਸੀਗੇ ਹੈ ਨਾ, ਫਿਰ ਹੌਲੀ ਹੌਲੀ ਯੂ ਸ਼ਬਦ ਵਾਸਤੇ ਯੂਜ਼ ਹੋਣ ਲੱਗ ਪਏ। ਅਤੇ ਇਹ ਕਹਿੰਦਾ ਵੀ ਮੈਂ ਤੈਨੂੰ ਐਂਟੋਨੀਓ ਪਤਾ ਕੀ ਕਹਿਣਾ ਚਾਹੁੰਦਾ, ਆਈ ਲਵ ਦੀ ਐਂਡ ਟੈਸਟ ਮਾਈ ਲਵ ਦੈਟ ਸਪੀਕਸ। ਕਹਿੰਦਾ ਵੀ ਮੈਂ ਤੈਨੂੰ ਪ੍ਰੇਮ ਕਰਦਾ ਅਤੇ ਇਹ ਮੇਰਾ ਪ੍ਰੇਮ ਹੀ ਹੈ ਜਿਹੜਾ ਮੇਰੇ ਤੋਂ ਬੁਲਵਾ ਰਿਹਾ ਹੈ। ਦੇਅਰ ਆਰ ਅ ਸੌਰਟ ਆਫ ਮੈਨ ਹੂਜ਼ ਵਿਸੇਜਿਸ ਡੂ ਕਰੀਮ ਐਂਡ ਮੈਂਟਲ ਲਾਈਕ ਆ ਸਟੈਂਡਿੰਗ ਪੌਂਡ। ਕਹਿੰਦਾ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਬੰਦੇ ਹੁੰਦੇ ਹੈ ਜਿਨ੍ਹਾਂ ਦੇ ਮੂੰਹ, ਵਿਸੇਜਿਸ ਮਤਲਬ ਸ਼ਕਲ, ਮੂੰਹ। ਕਹਿੰਦੇ ਕਿ ਜਿਨ੍ਹਾਂ ਦੇ ਮੂੰਹ ਹੈ ਜਿਹੜੇ ਉਹ ਐਂ ਲੱਗਦੇ ਆ ਦੇਖਣ ਨੂੰ ਵੀ ਉਹਨਾਂ ਵਿੱਚ ਕੋਈ ਇਮੋਸ਼ਨ ਹੀ ਹੈ ਨਹੀਂ। ਜਿਵੇਂ ਕਿ ਆਪਾਂ ਕਹੀਏ ਕਿ ਪੂਲ ਦੇ ਵਿੱਚ ਪਾਣੀ ਖੜ੍ਹਾ ਹੁੰਦਾ ਹੈ, ਲਹਿਰ ਕੋਈ ਨਹੀਂ ਬਣਦੀ, ਉਹ ਨੋਰਮਲ ਖੜ੍ਹਾ ਹੁੰਦਾ, ਉਹਦੇ ਕੁਛ ਨਹੀਂ ਪਤਾ ਲੱਗਦਾ ਉਹਦਾ। ਜਾਂ ਆਪਾਂ ਕਹੀਏ ਕਿ ਦੁੱਧ ਦੇ ਉੱਤੇ ਜਿਵੇਂ ਮਲਾਈ ਆ ਜਾਂਦੀ ਹੈ ਨਾ, ਉਵੇਂ ਕੋਈ ਹਿਲਜੁਲ ਨਹੀਂ ਹੁੰਦੀ ਹੈ ਸੱਚ, ਬਿਨਾਂ ਕਿਸੇ ਹਿਲਜੁਲ ਦੇ, ਬਿਨਾਂ ਕਿਸੇ ਜਿਹੜੇ ਹੈ ਇਮੋਸ਼ਨਸ ਦੇ। ਐਂਡ ਡੂ ਅ ਵਿਲਫੁਲ ਸਟਿਲਨੈਸ ਐਂਟਰਟੇਨ ਵਿਦ ਪਰਪਸ ਟੂ ਬੀ ਡਰੈਸਡ ਇਨ ਐਨ ਓਪੀਨੀਅਨ। ਕਹਿੰਦੇ ਕਿ ਜਿਹੜਾ ਆਪਦੀ ਇੱਛਾ ਅਨੁਸਾਰ ਜਿਹੜਾ ਹੈਗਾ ਬਈ ਇਹੋ ਜਿਹਾ ਰਵੱਈਆ ਜਾਂ ਇੱਦਾਂ ਦੇ ਇਮੋਸ਼ਨ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਜਿਹੜੇ ਉਦਾਸੀ ਭਰੇ। ਇੱਦਾਂ ਦੀ ਸ਼ਕਲ ਬਣਾ ਕੇ ਰੱਖਣੀ ਜਿਸ ਤੋਂ ਦੂਜਿਆਂ ਨੂੰ ਮਹਿਸੂਸ ਹੋਵੇ ਕਿ ਉਹ ਇਨਸਾਨ ਗੰਭੀਰ ਹੈ। ਇੱਦਾਂ ਦੀ ਸ਼ਕਲ ਬਣਾਉਣੀ ਕਿ ਉਹ ਇਨਸਾਨ ਗੰਭੀਰ ਹੈ। ਜਿਵੇਂ ਕਿ ਵਿਦ ਪਰਪਸ ਟੂ ਬੀ ਡਰੈਸਡ ਇਨ ਐਨ ਓਪੀਨੀਅਨ ਆਫ ਵਿਜ਼ਡਮ, ਗ੍ਰੈਵਿਟੀ, ਪ੍ਰੋਫਾਊਂਡ ਕੰਸੀਟ। ਕਹਿੰਦੇ ਕਿ ਇਹੋ ਜਿਹੀ ਸ਼ਕਲ ਬਣਾ ਕੇ ਰੱਖਣੀ ਵੀ ਜਿਸ ਤੋਂ ਇਹ ਮਹਿਸੂਸ ਕਰਾਇਆ ਜਾ ਸਕੇ ਕਿ ਉਹ ਆਦਮੀ ਥੋੜ੍ਹਾ ਗੰਭੀਰ ਹੈ, ਆਪਦੇ ਵਿਚਾਰਾਂ 'ਚ ਡੁੱਬਿਆ ਹੋਇਆ ਹੈ ਨਾ ਇਹ। ਅਤੇ ਐਜ਼ ਹੂ ਸ਼ੁੱਡ ਸੇ ਆਈ ਐਮ ਸਰ ਓਰੇਕਲ। ਕਹਿੰਦੇ ਵੀ ਜਿਵੇਂ ਕੋਈ ਕਹਿ ਰਿਹਾ ਹੋਵੇ ਕਿ ਮੈਂ ਓਰੇਕਲ ਹਾਂ, ਜਿਵੇਂ ਕੋਈ ਦੱਸਣ ਦੀ ਕੋਸ਼ਿਸ਼ ਕਰ, ਇਹੋ ਜਿਹਾ ਗੰਭੀਰ ਬਣ ਕੇ ਰਹਿਣਾ ਜਿਹੜਾ ਕੋਈ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ਮੈਂ ਓਰੇਕਲ ਹੈ। ਓਰੇਕਲ ਜਿਹੜਾ ਹੈਗਾ ਇਹ ਜਿਹੜਾ ਗ੍ਰੀਕ ਦੇ ਵਿੱਚ ਕਿਹਾ ਜਾਂਦਾ ਹੈ ਕਿ
ਜਿਵੇਂ ਪਰਮਾਤਮਾ ਦੀ ਆਵਾਜ਼ ਚਾਹੇ ਕਿਸੇ ਸੰਤ ਮਹਾਤਮਾ ਦੇ ਮੂੰਹੋਂ ਆ ਜੇ, ਚਾਹੇ ਕਿਸੇ ਦੇ ਵੀ ਆ ਜੇ, ਹੈ ਨਾ, ਜਿੱਦਾਂ ਮੁਹੰਮਦ ਸਾਹਿਬ ਦੇ ਆਈ ਜਾਂ ਗੁਰੂ ਨਾਨਕ ਸਾਹਿਬ ਦੇ ਮੂੰਹੋਂ ਆਈ, ਸੌਟ ਆਫ ਉੱਦਾਂ ਦਾ ਕਿ ਆਪਣੇ ਆਪ ਜਿਵੇਂ ਸ਼ਬਦ ਆਉਂਦੇ ਹੈ, ਪਰਮਾਤਮਾ ਕੋਈ ਗੱਲ ਦੱਸਣ ਲੱਗਿਆ, ਇਹ ਉਸ ਚੀਜ਼ ਨੂੰ ਇੱਥੇ ਕਿਹਾ ਗਿਆ ਹੈ ਬਈ ਅਗਲਾ ਬੰਦਾ ਤਾਂ ਇਹ ਕਹਿੰਦਾ ਵੀ ਬਸ ਇਕੱਲੇ ਮੇਰੀ ਗੱਲ ਹੀ ਸੁਣੀ ਜਾਵੇ, ਕੋਈ ਹੋਰ ਬੋਲੇ ਨਾ। ਐਂਡ ਵੈਨ ਆਈ ਓਪ ਮਾਈ ਲਿਪਸ ਲੈਟ ਨੋ ਡੌਗ ਬਾਰਕ। ਕਹਿੰਦਾ ਵੀ ਜਦੋਂ ਮੈਂ ਆਪਦੇ ਸ਼ਬਦ ਜਦੋਂ ਮੈਂ ਆਪਦੇ ਸ਼ਬਦ ਕੱਢਾਂ ਮੂੰਹ ਦੇ ਵਿੱਚੋਂ, ਆਪਦੇ ਮੂੰਹ ਖੋਲ੍ਹਾਂ ਬੋਲਣ ਵਾਸਤੇ, ਤਾਂ ਕੋਈ ਵੀ ਹੋਰ ਬੋਲੇ ਨਾ, ਸਿਰਫ ਮੈਨੂੰ ਸੁਣੇ। ਡੌਗ ਬਾਰਕ ਦਾ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਯਾਰ ਹੁਣ ਮੈਂ ਗੱਲ ਕਰੀ ਜਾ ਰਿਹਾ ਤੂੰ ਵਿੱਚ ਕਿਉਂ ਬੋਲਦਾ, ਉਸ ਢੰਗ ਨਾਲ ਇਹਨੂੰ ਗੱਲ ਕੀਤੀ ਗਈ ਹੈ ਕਿ ਉਹ ਬੰਦਾ ਜਿਹੜਾ ਬਹੁਤ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਬੈਠਾ ਹੈ, ਗੰਭੀਰ ਮੁਦਰਾ ਦੇ ਵਿੱਚ ਬੈਠਾ ਹੈ, ਅਤੇ ਉਹ ਇਹ ਜਤਾ ਰਿਹਾ ਕਿ ਉਹ ਓਰੇਕਲ ਹੈ, ਠੀਕ ਹੈ, ਅਤੇ ਉਹ ਨਹੀਂ ਚਾਹੁੰਦਾ ਕਿ ਜਦੋਂ ਉਹ ਬੋਲੇ ਅਤੇ ਕੋਈ ਹੋਰ ਜਾਣਾ ਉਹਦੇ ਵਿੱਚ ਗੱਲ ਕਰੇ। ਓ ਮਾਈ ਐਂਟੋਨੀਓ, ਆਈ ਡੂ ਨੋ ਆਫ ਦੀਸ ਦੈਟ ਦੇਅਰਫੋਰ ਓਨਲੀ ਆਰ ਰੈਪਿਊਟਡ ਵਾਈਜ਼ ਫॉर ਸੇਇੰਗ ਨਥਿੰਗ। ਕਹਿੰਦਾ ਵੀ ਐਂਟੋਨੀਓ ਨੂੰ ਸੰਬੋਧਿਤ ਕਰ ਰਿਹਾ ਹੈ ਗ੍ਰੈਸ਼ੀਆ ਨੂੰ, ਕਹਿੰਦਾ ਕਿ ਐਂਟੋਨੀਓ ਵੀ ਮੈਨੂੰ ਇਹ ਗੱਲਾਂ ਦਾ ਸਾਰਿਆਂ ਦਾ ਪਤਾ ਹੈ, ਜਿਵੇਂ ਕਿ ਜਿਹੜੇ ਕੁਛ ਨਹੀਂ ਬੋਲਦੇ, ਜਿਹੜੇ ਗੰਭੀਰ ਰਹਿੰਦੇ ਹੈ, ਉਹ ਸਿਰਫ ਸਿਆਣੇ ਬਣਨ ਦੀ ਕੋਸ਼ਿਸ਼ ਕਰ ਰਹੇ ਹੈ, ਸਿਰਫ ਆਪਦੇ ਆਪ ਨੂੰ ਸਮਝਦਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਭਾਈ ਵੀ ਮੈਂ ਕੁਛ ਨਹੀਂ ਬੋਲ ਰਿਹਾ, ਮੈਂ ਸਮਝਦਾਰ ਹਾਂ। ਵੈਨ ਆਈ ਐਮ ਵੈਰੀ ਸ਼ੋਰ ਇਫ ਦੇ ਸ਼ੁੱਡ ਸਪੀਕ ਵੁੱਡ ਆਲਮੋਸਟ ਡੈਮ ਦੋਜ਼ ਈਅਰਸ ਵਿਚ ਹੀਅਰਿੰਗ ਦੈਮ ਵੁੱਡ ਕਾਲ ਦੇਅਰ ਬ੍ਰਦਰਸ ਫੂਲ। ਕਹਿੰਦੇ ਕਿ ਹੁਣ ਮੈਨੂੰ ਇਹ ਵੀ ਪੱਕਾ ਪਤਾ ਹੈ, ਕਹਿੰਦਾ ਵੀ ਜਦੋਂ ਅਸਲ ਦੇ ਵਿੱਚ ਹੀ ਇਹੋ ਜਿਹਾ ਇਨਸਾਨ ਜਿਹੜਾ ਗੰਭੀਰ ਰਹਿੰਦਾ ਹੈ, ਖੁਸ਼ ਨਹੀਂ ਹੋ ਰਿਹਾ, ਜਿਹੜਾ ਇੱਦਾਂ ਦਾ ਇਨਸਾਨ ਅਸਲ ਦੇ ਵਿੱਚ ਹੀ ਜਦੋਂ ਕੁਝ ਬੋਲਦਾ ਹੈ ਤਾਂ ਸੁਣਨ ਵਾਲਿਆਂ ਨੂੰ ਮਜ਼ਾ ਨਹੀਂ ਆਉਂਦਾ, ਸੁਣਨ ਵਾਲੇ ਤੰਗ ਹੋ ਜਾਂਦੇ ਹੈ, ਸੁਣਨ ਵਾਲੇ ਤੰਗ ਹੋ ਜਾਂਦੇ ਹੈ। ਉਹ ਕੀ ਕਰਦੇ ਹੈ, ਕਹਿੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਜਿਹੜੇ ਇਹ ਹੈਗਾ ਜਿਹੜਾ ਬੰਦਾ ਬੋਲ ਰਿਹਾ ਇਹ ਬੇਵਕੂਫ ਹੈ, ਹੈ ਨਾ, ਵੀ ਇਹਨੂੰ ਨਾ ਹੀ ਬੋਲਦਾ ਤਾਂ ਜ਼ਿਆਦਾ ਅੱਛਾ ਸੀਗਾ। ਆਈਲ ਟੈਲ ਦੀ ਮੋਰ ਆਫ ਦਿਸ ਅਨਦਰ ਟਾਈਮ। ਕਹਿੰਦਾ ਮੈਂ ਤੈਨੂੰ ਇਹਦੇ ਬਾਰੇ ਹੋਰ ਵੀ ਗੱਲਾਂ ਕਰਨੀਆਂ ਚਾਹੁੰਦਾ, ਪਰ ਕਿਸੇ ਹੋਰ ਟਾਈਮ ਕਰਾਂਗੇ। ਬਟ ਫਿਸ਼ ਨਾਟ ਵਿਦ ਦਿਸ ਮੈਲੰਕਲੀ ਬੇਟ ਫॉर ਦਿਸ ਫੂਲ ਗਜਨ ਦਿਸ ਓਪੀਨੀਅਨ। ਕਹਿੰਦਾ ਕਿ ਮੈਂ ਇਹਦੇ ਬਾਰੇ ਹੋਰ ਵੀ ਗੱਲਾਂ ਕਰਨੀਆਂ, ਪਰ ਮੈਂ ਬਾਅਦ 'ਚ ਕਰੂੰਗਾ, ਕਿਸੇ ਹੋਰ ਟਾਈਮ ਕਰੂੰਗਾ। ਅਤੇ ਪਰ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਕਿਸੇ ਨੂੰ ਸਾਬਿਤ ਕਰਨ ਵਾਸਤੇ, ਹੈ ਨਾ, ਉਹ ਕੰਮ ਨਾ ਕਰ ਜਿਹੜਾ ਤੈਨੂੰ ਨਹੀਂ ਕਰਨਾ ਚਾਹੀਦਾ। ਜਿਵੇਂ ਕਿ ਹੁਣ ਇੱਥੇ ਲਿਖਿਆ ਗਿਆ ਗਜਨ ਹੈ ਨਾਮ, ਹੈ ਨਾ, ਤਾਂ ਇਹਦਾ ਮਤਲਬ ਕੀ ਹੈ, ਇਹ ਹੈਗਾ ਇੱਕ ਮੱਛੀ ਦਾ ਨਾਮ, ਜਿਹਨੂੰ ਕਿ ਕੋਈ ਰੌਲੇ ਰੱਪੇ ਨਾਲ ਕੋਈ ਫਰਕ ਨਹੀਂ ਪੈਂਦਾ, ਬੜੀ ਆਰਾਮ ਨਾਲ ਫੜੀ ਜਾਂਦੀ ਹੈ, ਠੀਕ ਹੈ। ਹੁਣ ਉਹ ਕੀ ਕਹਿ ਰਹੇ, ਕਹਿੰਦੇ ਕਿ ਉਸ ਚੀਜ਼ ਵਾਸਤੇ ਜਿਹਦੇ ਵਾਸਤੇ ਲੋੜ ਨਹੀਂ ਹੈਗੀ, ਹੈ ਨਾ, ਸ਼ਾਂਤੀ ਬਣਾਉਣ ਦੀ, ਉੱਥੇ ਸ਼ਾਂਤੀ ਨਾ ਬਣਾ ਕੇ ਰੱਖ, ਉੱਥੇ ਚੁੱਪ ਨਾ ਰਹਿ, ਗੱਲ ਕਰ। ਕਮ ਗੁੱਡ ਲੋਰੈਂਜ਼ੋ ਫੇਅਰ ਯਾ ਵੈਲ ਅਵਾਈਲ ਆਈਲ ਐਂਡ ਮਾਈ ਐਗਜ਼ੋਟੇਸ਼ਨ ਆਫਟਰ ਡਿਨਰ। ਕਹਿੰਦਾ ਕਿ ਫਿਰ ਹੁਣ ਉਹ ਲੋਰੈਂਜ਼ੋ ਨੂੰ ਕਹਿ ਰਿਹਾ ਵੀ ਲੋਰੈਂਜ਼ੋ ਆ ਆਪਾਂ ਚੱਲੀਏ, ਠੀਕ ਹੈ। ਉਹਨੂੰ ਬਾਏ ਕਰ ਰਿਹਾ ਹੈ। ਫੇਅਰ ਯਾ ਵੈਲ ਦਾ ਮਤਲਬ ਹੈ ਕਿ ਚਲੋ ਠੀਕ ਹੈ ਮਿਲਦੇ ਹਾਂ, ਹੈ ਨਾ, ਬਾਏ। ਅਤੇ ਐਂਟੋਨੀਓ ਨੂੰ ਬਾਏ ਕਰਦਾ ਹੈ, ਕਹਿੰਦਾ ਵੀ ਪਰ ਮੈਂ ਆਪਦੀ ਜਿਹੜੀ ਸਮਝਦਾਰੀ ਵਾਲੀ ਐਡਵਾਈਸ ਹੈ ਇਹ ਕਹਿੰਦਾ ਵੀ ਡਿਨਰ ਤੋਂ ਬਾਅਦ ਹੀ ਬੰਦ ਕਰੂੰਗਾ, ਉਦੋਂ ਤੱਕ ਨਹੀਂ, ਹਾਲ ਦੀ ਘੜੀ ਮੈਂ ਚੱਲਦਾ। ਲੋਰੈਂਜ਼ੋ ਵੈਲ ਵੀ ਵਿਲ ਲੀਵ ਯੂ ਦੈਨ ਟਿਲ ਡਿਨਰ ਟਾਈਮ I must be one of these same dumb wise men for Graciano never lets me speak। ਲੋਰੈਂਜ਼ੋ ਕਹਿੰਦਾ ਵੀ ਚਲੋ ਠੀਕ ਹੈ ਫਿਰ ਐਂਟੋਨੀਓ, ਵੀ ਅਸੀਂ ਤੈਨੂੰ ਡਿਨਰ ਟਾਈਮ ਤੱਕ ਛੱਡ ਕੇ ਜਾ ਰਹੇ, ਜਾਂ ਆਪਾਂ ਨੂੰ ਦੂਜੇ ਤਰੀਕੇ ਨਾਲ ਕਹੀਏ ਕਿ ਚਲੋ ਫਿਰ ਠੀਕ ਆ ਆਪਾਂ ਡਿਨਰ 'ਤੇ ਮਿਲਦੇ ਹਾਂ, ਹੈ ਨਾ। ਅਤੇ ਨਾਲ ਹੀ ਉਹ ਇਹ ਵੀ ਕਹਿ ਰਿਹਾ, ਕਹਿੰਦਾ ਵੀ ਮੈਂ ਉਹਨਾਂ ਸਿਆਣੇ ਗੂੰਗਿਆਂ ਵਿੱਚੋਂ ਇੱਕ ਹੈ, ਉਹਨਾਂ ਸਿਆਣੇ ਗੂੰਗੇ ਆਦਮੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਗ੍ਰੈਸ਼ੀਆਨੋ ਕਦੇ ਵੀ ਬੋਲਣ ਨਹੀਂ ਦਿੰਦਾ। ਗ੍ਰੈਸ਼ੀਆਨੋ ਜਦੋਂ ਵੀ ਬੋਲਦਾ ਹੈ ਉਹ ਆਪ ਹੀ ਬੋਲਦਾ ਹੈ ਅਤੇ ਕਿਸੇ ਹੋਰ ਦੀ ਗੱਲ ਨਹੀਂ ਸੁਣਦਾ। ਗ੍ਰੈਸ਼ੀਆਨੋ ਵੈਲ ਕੀਪ ਮੀ ਕੰਪਨੀ ਬਟ 2 years more thou shalt not know the sound of thine own tongue। ਕਹਿੰਦਾ ਕਿ ਸ਼ੈਲ ਦਾ ਮਤਲਬ ਸ਼ੈਲ ਲਿਆ ਜਾ ਸਕਦਾ, ਜਿਵੇਂ ਆਪਾਂ ਵਿਲ ਅਤੇ ਸ਼ੈਲ ਫਿਊਚਰ ਵਾਸਤੇ ਯੂਜ਼ ਕਰਦੇ ਹਾਂ ਉਵੇਂ। ਕਹਿੰਦਾ ਕਿ ਕੋਈ ਗੱਲ ਨਹੀਂ, ਕਹਿੰਦਾ ਠੀਕ ਹੈ, ਲੋਰੈਂਜ਼ੋ ਨੂੰ ਕਹਿ ਰਿਹਾ, ਕਹਿੰਦਾ ਠੀਕ ਹੈ ਕੋਈ ਗੱਲ ਨਹੀਂ, ਤੂੰ ਮੈਨੂੰ 2 ਸਾਲ ਹੋਰ ਦੇ ਦੇ ਅਤੇ ਉਸ ਤੋਂ ਬਾਅਦ ਤੂੰ ਆਪਦੀ ਜ਼ਬਾਨ ਦੀ ਆਵਾਜ਼ ਹੀ ਭੁੱਲ ਜਾਏਗਾ। ਮਤਲਬ ਇਹ ਕਿ ਤੈਨੂੰ ਬਿਲਕੁਲ ਵੀ ਬੋਲਣ ਦਾ ਮੌਕਾ ਨਹੀਂ ਦੇਣਾ, ਤੂੰ ਆਪਦੀ ਜ਼ਬਾਨ ਦੀ ਆਵਾਜ਼ ਹੀ ਭੁੱਲ ਜਾਏਗਾ। ਐਂਟੋਨੀਓ ਫੇਅਰ ਯੂ ਵੈਲ ਆਈਲ ਗਰੋ ਅ ਟਾਕਰ ਫॉर ਦਿਸ ਗੇਅਰ।
ਕਹਿੰਦਾ ਕਿ ਚਲੋ ਠੀਕ ਹੈ, ਓਕੇ, ਮਿਲਦੇ ਹਾਂ, ਤੇ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਵੀ ਗੱਲ ਕਰਾਂ, ਇਸ ਬਾਰੇ ਗੱਲ ਕਰਾਂ। ਗ੍ਰੈਸ਼ੀਆਨੋ, ਥੈਂਕਸ, ਆਈ ਫੇਥ ਫॉर ਸਾਇਲੈਂਸ ਇਜ਼ ਓਨਲੀ ਕਮੈਂਡੇਬਲ ਇਨ ਆਰ ਨੀਡਸ ਟੰਗ ਡਰਾਈਡ। ਕਹਿੰਦਾ ਕਿ ਸ਼ੁਕਰੀਆ, ਮੈਨੂੰ ਵਿਸ਼ਵਾਸ ਹੈ ਕਿ ਤੂੰ ਗੱਲ ਕਰੇਗਾ, ਕਿਉਂਕਿ ਚੁੱਪ ਰਹਿਣਾ ਸਿਰਫ ਤੁਹਾਨੂੰ ਚੰਗਾ ਇਨਸਾਨ ਦਿਖਾ ਸਕਦਾ ਹੈ ਕਿ ਤੁਸੀਂ ਚੰਗੇ ਹੋ, ਹੈ ਨਾ, ਪਰ ਉਹ ਮਸਲੇ ਦਾ ਹੱਲ ਨਹੀਂ ਕਰਵਾ ਸਕਦਾ ਗਾ। ਉਹਦੇ ਵਾਸਤੇ ਆਪਾਂ ਨੂੰ ਗੱਲ ਕਰਨੀ ਹੀ ਪੈਂਦੀ ਹੈ। ਕਹਿੰਦੇ ਵੀ ਚੁੱਪ ਰਹਿਣਾ ਤਾਂ ਜਿਵੇਂ ਕਿਸੇ ਨੀਟ ਮਤਲਬ ਹੁੰਦਾ ਹੈ ਬਲਦ, ਜਿਵੇਂ ਆਪਾਂ ਕਹਿ ਦਿੰਦੇ ਹਾਂ ਔਕਸ ਕਹਿ ਦਿੰਦੇ ਹਾਂ। ਕਹਿੰਦੇ ਕਿ ਜਿਹੜਾ ਚੁੱਪ ਰਹਿਣਾ ਤਾਂ ਐਵੇਂ ਹੈ ਜਿਵੇਂ ਕਿਸੇ ਬਲਦ ਦੀ ਸੁੱਕੀ ਹੋਈ ਜ਼ੁਬਾਨ ਹੋਵੇ। ਐਗਜ਼ੈਂਟ ਗ੍ਰੇਸ਼ੀਆਨੋ ਐਂਡ ਲੋਰੈਂਜ਼ੋ। ਐਗਜ਼ੈਂਟ ਦਾ ਮਤਲਬ ਹੁੰਦਾ ਹੈ ਕਿ ਇੱਕ ਸਟੇਜ ਬਣੀ ਹੋਈ ਹੈ ਜਿਹਦੇ ਉੱਤੇ ਜਿਹੜੇ ਕਰੈਕਟਰਸ ਹੈ, ਐਕਟਰਸ ਹੈ, ਉਹ ਆ ਰਹੇ ਹੈ, ਅਤੇ ਜਦੋਂ ਉਹ ਜਾਂਦੇ ਆ ਉਹਦੇ ਵਾਸਤੇ ਯੂਜ਼ ਹੁੰਦਾ ਵਰਡ ਐਗਜ਼ੈਂਟ। ਅਤੇ ਇਹਦਾ ਮਤਲਬ ਹੈ ਕਿ ਉਹ ਹੁਣ ਸਟੇਜ ਤੋਂ ਚਲੇ ਗਏ। ਐਂਟੋਨੀਓ, ਇਜ਼ ਦੈਟ ਐਨੀਥਿੰਗ ਨਾਓ। ਕਹਿੰਦਾ ਕਿ ਹੁਣ ਯਾਰ ਇਹਦੀ ਇਸ ਗੱਲ ਦਾ, ਐਂਟੋਨੀਓ ਬਸਾਨੀਓ ਨੂੰ ਪੁੱਛ ਰਿਹਾ, ਕਹਿੰਦਾ ਯਾਰ ਹੁਣ ਗ੍ਰੇਸ਼ੀਆਨੋ ਦੀ ਇਸ ਗੱਲ ਦਾ ਕੋਈ ਮਤਲਬ ਬਣਦਾ ਹੈ। ਬਸਾਨੀਓ, ਗ੍ਰੇਸ਼ੀਆਨੋ ਸਪੀਕਸ ਐਨ ਇਨਫਾਈਨਾਈਟ ਡੀਲ ਆਫ ਨਥਿੰਗ ਮੋਰ ਦੈਨ ਐਨੀ ਮੈਨ ਇਨ ਆਲ ਵੈਨਿਸ। ਕਹਿੰਦਾ ਵੀ ਹੁਣ ਜਿਹੜਾ ਗ੍ਰੇਸ਼ੀਆਨੋ ਹੈ, ਜਿਹੜਾ ਇਹ ਇਹੋ ਜਿਹੀ ਗੱਲ ਹੀ ਕਰਦਾ ਜਿਹਦਾ ਕੋਈ ਮਤਲਬ ਨਹੀਂ ਹੁੰਦਾ। ਇਹਦਾ ਮਤਲਬ ਇਹ ਕਿ ਗ੍ਰੇਸ਼ੀਆਨੋ ਸਾਰੇ ਜਿਹੜਾ ਹੈਗਾ ਵੈਨਿਸ ਹੈ ਉਹਦੇ ਸਾਰੇ ਲੋਕਾਂ ਨਾਲੋਂ ਵੱਧ ਫਜ਼ੂਲ ਦੀਆਂ ਗੱਲਾਂ ਕਰਦਾ ਹੈ ਜਿਹਦਾ ਕੋਈ ਮਤਲਬ ਨਹੀਂ ਬਣਦਾ। His reasons are as 2 grains of wheat hid in 2 bushels of chaff. You shall seek all day ere you find them, and when you have them, they are not worth the search. ਕਹਿੰਦਾ ਵੀ ਉਹਦੇ ਕਾਰਨ ਤਾਂ ਇਹੋ ਜਿਹੇ ਹੈ ਬਈ ਜਿਹੜਾ ਉਹਦੇ ਗੱਲਾਂ ਕਰਨ ਦਾ ਢੰਗ ਤਾਂ ਇੱਦਾਂ ਦਾ ਹੈ ਵੀ ਜਿਵੇਂ ਆਪਾਂ 2 ਦਾਣੇ ਜਿਹੜੇ ਹੈ ਕਣਕ ਦੇ, ਇਹ ਆਪਾਂ ਢੇਰ ਦੇ ਵਿੱਚ, ਜਿਵੇਂ ਕਿ ਤੂੜੀ ਦੇ ਢੇਰ ਦੇ ਵਿੱਚ ਸਿੱਟ ਦਈਏ, ਹੈ ਨਾ, ਅਤੇ ਫਿਰ ਆਪਾਂ ਸਾਰਾ ਦਿਨ ਉਹਨਾਂ ਨੂੰ ਲੱਭਦੇ ਰਹੀਏ, ਅਤੇ ਫਿਰ ਜਦੋਂ ਅਖੀਰ 'ਤੇ ਆਪਾਂ ਨੂੰ ਲੱਭਣ ਅਤੇ ਉਹ ਉਸ ਕਾਬਿਲ ਹੀ ਨਾ ਰਹਿਣ ਵੀ ਉਹਨਾਂ ਨੂੰ ਲੱਭਿਆ ਜਾਵੇ। ਮਤਲਬ ਇਹ ਕਿ ਉਸ ਕੰਮ ਵਾਸਤੇ ਇੰਨੀ ਮਿਹਨਤ ਕਰਨੀ ਜਿਹਦੇ ਵਾਸਤੇ ਮਿਹਨਤ ਕਰਨ ਦੀ ਲੋੜ ਨਹੀਂ ਸੀ, ਉਹ ਐਂ ਕਰਦਾ, ਕਹਿੰਦਾ ਇਹੋ ਜਿਹੀਆਂ ਗੱਲਾਂ ਕਰਦਾ। ਵੈਲ, ਟੈਲ ਮੀ ਨਾਓ what lady is the same to whom you swore a secret pilgrimage? ਕਹਿੰਦਾ ਕਿ ਚੱਲ ਹੁਣ ਛੱਡ ਉਸ ਗੱਲ ਨੂੰ, ਹੈ ਨਾ, ਇਹ ਗੱਲ ਬਦਲ ਦਿੰਦਾ ਐਂਟੋਨੀਓ। ਕਹਿੰਦਾ ਵੀ ਛੱਡ ਦੇ ਉਸ ਗੱਲ ਨੂੰ, ਅਤੇ ਹੁਣ ਮੈਨੂੰ ਉਸ ਲੇਡੀ ਬਾਰੇ ਦੱਸ ਜਿਹਨੂੰ ਤੂੰ ਚੋਰੀ ਛੁਪੇ ਮਿਲਣ ਗਿਆ ਸੀਗਾ। ਦੈਟ ਯੂ ਟੂਡੇ ਪ੍ਰੋਮਿਸਡ ਟੂ ਟੈਲ ਮੀ ਆਫ। ਕਹਿੰਦਾ ਵੀ ਜਿਹਦੇ ਬਾਰੇ ਤੂੰ ਮੈਨੂੰ ਅੱਜ ਦੱਸਣ ਦਾ ਵਾਅਦਾ ਕੀਤਾ ਸੀ। ਬਸਾਨੀਓ, ਟਿਸ ਨਾਟ ਅਨਨੋਨ ਟੂ ਯੂ ਐਂਟੋਨੀਓ। ਕਹਿੰਦਾ ਵੀ ਇਹ ਗੱਲ, ਟਿਸ ਮਤਲਬ ਇਟ ਇਜ਼, ਹੈ ਨਾ। ਕਹਿੰਦਾ ਕਿ ਐਂਟੋਨੀਓ ਇਹ ਗੱਲ ਤੇਰੇ ਤੋਂ ਲੁਕੀ ਨਹੀਂ ਹੋਈ। ਹਾਊ ਮਚ ਆਈ ਹੈਵ ਡਿਸੇਬਲਡ ਮਾਈਨ ਐਸਟੇਟ। ਕਹਿੰਦਾ ਵੀ ਮੇਰੇ ਕੋਲ ਕੀ ਕੁਝ ਹੈਗਾ, ਕੀ ਕੁਝ ਨਹੀਂ ਹੈਗਾ, ਇਹ ਗੱਲ ਤੇਰੇ ਤੋਂ ਲੁਕੀ ਨਹੀਂ ਹੋਈ। ਕਹਿੰਦਾ ਬਾਈ ਸਮਥਿੰਗ ਸ਼ੋਇੰਗ ਅ more swelling port than my faint means would grant countenance। ਕਹਿੰਦੇ ਕਿ ਜਿਵੇਂ ਕਿ ਮੇਰਾ ਮਤਲਬ ਮੈਂ ਜੋ ਕੁਛ ਵੀ ਮੇਰੇ ਕੋਲ ਹੈਗਾ ਹੈ ਨਾ, ਇਹ ਚੀਜ਼ ਤੇਰੇ ਤੋਂ ਲੁਕੀ ਨਹੀਂ ਹੋਈ, ਹੈ ਨਾ, ਅਤੇ ਮੈਂ ਆਪਣੇ ਆਪ ਨੂੰ ਮੇਰੇ ਕੋਲ ਇਹੋ ਜਿਹਾ ਕੁਝ ਵੀ ਹੈ ਨਹੀਂ ਵੀ ਜਿਹਦੇ ਨਾਲ ਮੈਂ ਆਪਣੇ ਆਪ ਨੂੰ ਅਮੀਰ ਅਤੇ ਵਧੀਆ ਸ਼ੋਅ ਕਰ ਸਕਾਂ। ਠੀਕ ਹੈ, ਮਤਲਬ ਉਹ ਕੀ ਚਾਹੁੰਦਾ, ਉਹ ਚਾਹੁੰਦਾ ਕਿ ਮੈਂ ਯਾਰ ਸ਼ੋਅ ਕਰਾਂ ਆਪਦੇ ਆਪ ਨੂੰ ਅਮੀਰ। ਕਿਉਂ ਸ਼ੋਅ ਕਰਾਂ? ਕਿਉਂਕਿ ਉਹ ਆਪਾਂ ਨੂੰ ਅੱਗੇ ਪਤਾ ਲੱਗੂਗਾ ਕਿ ਉਹਨੇ ਪੋਰਸ਼ੀਆ ਕੋਲ ਜਾਣਾ ਹੈ। ਇਹ ਜਿਹੜੀ ਕੁੜੀ ਦੀ ਗੱਲ ਇੱਥੇ ਕਰ ਰਹੇ ਸੀ ਉਹ ਪੋਰਸ਼ੀਆ ਹੈ। ਠੀਕ ਹੈ ਜੀ। ਅਤੇ ਕਹਿੰਦਾ ਵੀ ਮੈਂ ਆਪਦੇ ਆਪ ਨੂੰ ਚੰਗਾ ਨਹੀਂ ਫੀਲ ਕਰਾ ਸਕਦਾ ਗਾ, ਜੋ ਕੁਛ ਮੇਰੇ ਕੋਲ ਹੈਗਾ ਇਹਦੇ ਨਾਲ ਸਿਰਫ ਇੰਨੀ ਚੀਜ਼ ਨਾਲ ਮੈਂ ਅਮੀਰ ਨਹੀਂ ਲੱਗ ਸਕਦਾ। ਨੋਟ ਡੂ ਆਈ ਨਾਓ ਮੇਕ ਮੋਨ ਟੂ ਬੀ ਅ ਬ੍ਰਿਜ। ਕਹਿੰਦਾ ਵੀ ਨਾ ਹੀ ਮੈਂ ਕੰਪਲੇਂਟ ਕਰਨਾ ਚਾਹੁੰਦਾ ਕਿ ਮੇਰੇ ਕੋਲ ਉਹ ਸਭ ਨਹੀਂ ਹੈਗਾ ਜੋ ਇੱਕ ਚੰਗੀ ਜ਼ਿੰਦਗੀ ਜਿਉਣ ਵਾਸਤੇ ਚਾਹੀਦਾ ਹੈ। ਫॉर ਸੱਚ ਅ ਨੋਬਲ ਰੀਡ। ਕਹਿੰਦਾ ਕਿ ਨੋਟ ਡੂ ਆਈ ਨਾਓ ਮੇਕ ਮੋਨ ਟੂ ਬੀ ਅ ਬ੍ਰਿਜ ਫॉर ਸੱਚ ਅ ਨੋਬਲ ਰੀਡ। ਕਹਿੰਦਾ ਵੀ ਜੋ ਕੁਛ ਚਾਹੀਦਾ ਇੱਕ ਚੰਗੀ ਜ਼ਿੰਦਗੀ ਬਤੀਤ ਕਰਨ ਵਾਸਤੇ ਉਹ ਕੁਛ ਮੇਰੇ ਕੋਲ ਨਹੀਂ ਹੈਗਾ। ਬਟ ਮਾਈ ਚੀਫ ਕੇਅਰ ਇਜ਼ ਟੂ ਕਮ ਫੇਅਰਲੀ ਆਫ ਫਰੋਮ ਦ ਗ੍ਰੇਟ ਡੈਪਥਸ ਵੇਅਰ ਇਨ ਮਾਈ time something too prodigal hath left me gagged to you Antonio, gagged।
ਕਹਿੰਦਾ ਕਿ ਪਰ ਜਿਹੜਾ ਮੇਰਾ ਮੇਨ ਕੰਸਰਨ ਹੈ ਉਹ ਕੀ ਹੈ, ਉਹ ਹੈਗਾ ਕਿ ਮੈਂ ਉਹ ਸਾਰੇ ਜਿਹੜੇ ਮੈਂ ਕਰਜ਼ੇ ਲਏ ਹੋਏ ਆ ਉਹਨਾਂ ਸਾਰਿਆਂ ਤੋਂ ਮੈਂ ਛੁਟਕਾਰਾ ਪਾ ਲਾਂ, ਹੈ ਨਾ। ਕਹਿੰਦਾ ਵੀ ਸਾਰਿਆਂ ਤੋਂ ਛੁਟਕਾਰਾ ਪਾ ਲਾਂ। ਕਹਿੰਦਾ ਵੀ ਮੈਂ ਮੇਰੇ ਟਾਈਮ ਜਿਵੇਂ ਮਤਲਬ ਹੁਣ ਮੇਰਾ ਟਾਈਮ ਹੈ ਜਾਂ ਮੈਂ ਜਿਵੇਂ ਰਹਿ ਰਿਹਾ ਹੁਣ, ਮੈਨੂੰ ਰਹਿਣਾ ਚਾਹੀਦਾ ਸੀ ਫ੍ਰੀ, ਟੈਨਸ਼ਨ ਫ੍ਰੀ ਜਾਂ ਹੈ ਨਾ, ਰਿਲੈਕਸ ਜਾਂ ਪੂਰਾ। ਅਤੇ ਪਰ ਮੈਂ ਲੋਕਾਂ ਦੇ ਹਾਸੇ ਦਾ, ਲੋਕਾਂ ਦੇ ਮਜ਼ਾਕ ਦਾ ਕਾਰਨ ਬਣਦਾ, ਲੋਕ ਮੈਨੂੰ ਸੁਣਾਉਂਦੇ ਹੈ। ਟੂ ਯੂ ਐਂਟੋਨੀਓ ਆਈ ਓ ਦਾ ਮੋਸਟ ਇਨ ਮਨੀ ਐਂਡ ਇਨ ਲਵ। ਕਹਿੰਦਾ ਤੇ ਤੇਰੇ ਵਾਸਤੇ ਐਂਟੋਨੀਓ ਮਤਲਬ ਤੇਰੇ ਵਾਸਤੇ ਜਾਂ ਤੇਰੇ ਵੱਲੋਂ ਮੈਂ ਸਭ ਤੋਂ ਜ਼ਿਆਦਾ ਦੇਣਦਾਰ ਹੈ। ਕਾਹਦਾ? ਪੈਸੇ ਦਾ ਅਤੇ ਪ੍ਰੇਮ ਦਾ, ਕਿ ਤੂੰ ਮੈਨੂੰ ਪ੍ਰੇਮ ਵੀ ਬਹੁਤ ਕਰਦਾ ਅਤੇ ਤੂੰ ਮੈਨੂੰ ਪੈਸਾ ਵੀ ਦਿੱਤਾ ਹੋਇਆ। ਐਂਡ ਫਰੋਮ ਯੂਅਰ ਲਵ ਆਈ ਹੈਵ ਅ ਵਾਰੰਟੀ ਟੂ ਅਨਬਰਡਨ ਆਲ ਮਾਈ ਪਲੋਟਸ ਐਂਡ ਪਰਪਜ਼ਿਸ, ਹਾਊ ਟੂ ਗੈਟ ਕਲੀਅਰ ਆਫ ਆਲ ਦਾ ਡੈਪਟਸ ਆਈ ਓ। ਕਹਿੰਦਾ ਕਿ ਤੇਰਾ ਉਹ ਪਿਆਰ ਮੈਨੂੰ ਹੱਕ ਦਿੰਦਾ ਹੈ ਇਹ ਦੱਸਣ ਦਾ ਕਿ ਮੈਂ ਕਿਸ ਤਰ੍ਹਾਂ ਜਾਂ ਕਿਹੜੀਆਂ ਸਕੀਮਾਂ ਨਾਲ ਉਹ ਸਾਰੇ ਕਰਜ਼ੇ ਤੋਂ ਜਿਹੜਾ ਮੈਂ ਲੈ ਰੱਖਿਆ ਉਹਦੇ ਤੋਂ ਮੁਕਤ ਹੋ ਸਕਾਂ। ਚਲੋ ਠੀਕ ਹੈ ਜੀ, ਫਿਰ ਮਿਲਦੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ। ਸ਼ੁਕਰੀਆ। ਕੁਝ ਗਲਤੀਆਂ ਹੋ ਰਹੀਆਂ ਹੈ ਨਾ, ਉਹ ਪਲੀਜ਼ ਨਜ਼ਰਅੰਦਾਜ਼ ਕਰਿਓ। ਅਤੇ ਸ਼ੁਕਰੀਆ ਤੁਹਾਡਾ ਫਿਰ ਦੁਬਾਰਾ ਇੱਕ ਵਾਰ, ਧੰਨਵਾਦ ਜੀ।